ਹੈਲੋ एवरीवन ਅੱਜ ਅਸੀਂ ਕਰੰਟ ਅਫੇਅਰ ਕਰਾਂਗੇ 1 ਐਂਡ 2 ਜਨਵਰੀ 2021 ਦੇ। ਬਟ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਹਾਂ। ਦੇਖੋ ਨੈਬ ਤਹਿਸੀਲਦਾਰ ਦਾ ਨਿਊ ਐਗਜ਼ਾਮ ਆ ਚੁੱਕਾ ਹੈ, ਠੀਕ ਹੈ, ਉਹਦੀ ਤਿਆਰੀ ਤੁਸੀਂ ਸਾਰੇ ਕਰਦੇ ਪਏ ਹੋ। ਬਟ ਕਰੰਟ ਅਫੇਅਰ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਪੀਪੀਐਸਸੀ ਐਗਜ਼ਾਮ ਵਿੱਚ, ਕਿਉਂਕਿ ਨੈਬ ਦਾ ਐਗਜ਼ਾਮ ਕੌਣ ਲੈ ਰਿਹਾ? ਪੀਪੀਐਸਸੀ। ਔਰ ਅਗਰ ਤੁਸੀਂ ਮੇਰੀ ਲਾਸਟ ਵੀਡੀਓ ਦੇਖੀ ਹੋਗੀ ਜਿਹੜੀ ਮੈਂ ਸਪੈਸ਼ਲ ਪੀਪੀਐਸਸੀ ਨੈਬ ਤਹਿਸੀਲਦਾਰ ਦੇ ਐਗਜ਼ਾਮ 'ਤੇ ਬਣਾਈ ਹੈ ਕਿ ਪੇਪਰ ਕਿਵੇਂ ਦਾ ਹੁੰਦਾ ਹੈ ਪੀਪੀਐਸਸੀ ਦਾ, ਉਹਦੇ ਵਿੱਚ ਮੈਂ ਐਕਸਪਲੇਨ ਕੀਤਾ ਸੀ ਕਰੰਟ ਅਫੇਅਰ ਦੇ ਕਿੰਨੇ ਕੁਐਸਚਨ ਸੀ। ਹੁਣ ਦੇਖੋ ਕਰੰਟ ਅਫੇਅਰ ਤਾਂ ਉਹੀ ਹੁੰਦਾ, ਠੀਕ ਹੈ, ਬਟ ਪੇਪਰ ਨੂੰ ਸੈੱਟ ਕਰਨ ਦੇ ਵਿੱਚ ਇੱਕ ਬੋਰਡ ਡਿਫਰੈਂਟ ਤਰੀਕਾ ਹੈ। PSSB ਬੋਰਡ ਅਲੱਗ ਤਰ੍ਹਾਂ ਦਾ ਪੇਪਰ ਸੈੱਟ ਕਰਦਾ ਹੈ, PCS ਅਲੱਗ ਪੇਪਰ ਸੈੱਟ ਕਰਦੀ ਹੈ, ਠੀਕ ਹੈ। ਮਤਲਬ PPSC ਜਿਹੜੀ ਹੈ ਉਹ ਅਲੱਗ ਪੇਪਰ ਸੈੱਟ ਕਰਦੀ ਹੈ। ਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਮਝਾਉਂਗੀ ਕਿ ਉसी ਨਿਊਜ਼ ਨੂੰ ਕਿਸ ਤਰ੍ਹਾਂ PSSB ਬੋਰਡ ਐਗਜ਼ਾਮ 'ਚ ਕੁਐਸਚਨ ਪਾਉਂਦਾ ਹੈ, ਔਰ ਉसी ਜਿਹੜੀ ਨਿਊਜ਼ ਹੈ ਸੇਮ ਨਿਊਜ਼ ਨੂੰ PPSC ਕਿਵੇਂ ਪਾਉਂਦੀ ਹੈ ਪੇਪਰ ਵਿੱਚ। ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਟੈਲੀਗ੍ਰਾਮ 'ਤੇ, ਇੰਸਟਾਗ੍ਰਾਮ, ਫੇਸਬੁੱਕ, ਐਂਡ ਅਗਰ ਤੁਸੀਂ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਾਈਂਡਲੀ ਸਬਸਕ੍ਰਾਈਬ ਕਰੋ। ਹੋਰ ਵੀਡੀਓਜ਼ ਦੇ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਇਸ ਨੰਬਰ ਉੱਤੇ। ਅਗਰ ਤੁਸੀਂ ਆਨਲਾਈਨ ਜਾਂ ਆਫਲਾਈਨ ਬੈਚਿਸ ਜੁਆਇਨ ਕਰਨਾ ਚਾਹੁੰਦੇ ਹੋ ਇਨਲਾਈਟਨ ਅਕੈਡਮੀ ਦੇ, ਤਾਂ ਤੁਸੀਂ ਕਾਲ ਕਰਕੇ ਸਾਨੂੰ ਉਹਦੇ ਬਾਰੇ ਪੁੱਛ ਸਕਦੇ ਹੋ। ਅਕੈਡਮੀ ਵਿੱਚ ਨੈਬ ਤਹਿਸੀਲਦਾਰ, ਪਟਵਾਰੀ, ਸਬ ਇੰਸਪੈਕਟਰ ਜਾਂ ਹੋਰ ਵੀ ਪੰਜਾਬ ਦੀਆਂ ਜੌਬਸ ਦੇ ਬੈਚਿਸ ਚੱਲਦੇ ਨੇ। ਮੰਡੇ ਨਿਊ ਬੈਚ ਸਟਾਰਟ ਹੋ ਰਿਹਾ ਹੈ 11 ਜਨਵਰੀ 12:30 ਐਂਡ 10 AM ਆਲਸੋ ਬੈਚ ਸਟਾਰਟ ਹੋ ਰਿਹਾ। ਉਹਦੇ ਲਈ ਤੁਸੀਂ ਅਪਡੇਸ਼ਨ ਲੈ ਸਕਦੇ ਹੋ ਗਿਵਨ ਨੰਬਰ ਉੱਤੇ। ਐਗਜ਼ਾਮਪਲ ਪਹਿਲੀ ਹੀ ਅਸੀਂ ਅਗਰ ਨਿਊਜ਼ ਪੜ੍ਹੀਏ, Appointments Committee of the Cabinet has approved Puneet Sharma appointed as Chairman and CEO of Railway Board, ਠੀਕ ਹੈ, ਕਿੱਥੋਂ ਦੇ? ਰੇਲਵੇ ਬੋਰਡ ਦੇ CEO ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਹੈ। ਕੀ ਨਾਮ ਹੈ ਇਹਨਾਂ ਦਾ? ਸੁਨੀਤ ਸ਼ਰਮਾ, ਠੀਕ ਹੈ। ਹੁਣ ਜਦੋਂ PPSC ਵੀ ਕਈ ਇੱਕ ਦੋ ਐਗਜ਼ਾਮ ਜਿਹੜੇ ਇੱਕ ਦੋ ਕੁਐਸਚਨਸ ਨੇ ਉਹ ਬਹੁਤ ਸਿੰਪਲ ਪਾਉਂਦੀ ਆ ਕਿ ਇਹਦੀ ਅਪੁਆਇੰਟਮੈਂਟ ਹੋਈ ਆ, ਇਹ ਕਿੱਥੋਂ ਦਾ ਪ੍ਰੈਜ਼ੀਡੈਂਟ ਬਣਿਆ, ਇੱਥੋਂ ਦਾ ਪ੍ਰਾਈਮ ਮਿਨਿਸਟਰ ਕੌਣ ਸਿਲੈਕਟ ਹੋਇਆ ਆ, ਠੀਕ ਹੈ। ਬਟ ਜਿਹੜੇ ਉਹ ਘੁਮਾ ਕੇ ਕੁਐਸਚਨ ਪਾਉਂਦੀ ਆ ਉਹ ਕਿੱਦਾਂ ਦੇ ਪਾਉਂਦੀ ਆ, ਠੀਕ ਹੈ। ਮੇਨ ਪੇਪਰ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਇੱਥੋਂ ਦਾ ਚੇਅਰਮੈਨ ਕੌਣ ਬਣਾਇਆ ਗਿਆ ਹੈ? ਸੁਨੀਤ ਸ਼ਰਮਾ, ਠੀਕ ਹੈ। ਹੋਰ ਬੇਸਿਕ ਕੁਐਸਚਨ ਕੀ ਪੁੱਛੇ ਜਾਂਦੇ ਆ? ਕਹਿੰਦਾ ਪ੍ਰਾਈਮ ਮਿਨਿਸਟਰ ਇਜ਼ ਦਾ ਚੇਅਰਮੈਨ ਆਫ ਅਪੁਆਇੰਟਮੈਂਟਸ ਕਮੇਟੀ। ਕੌਣ ਹੈ? ਪ੍ਰਾਈਮ ਮਿਨਿਸਟਰ ਇਹਦਾ ਚੇਅਰਮੈਨ ਹੈ। ਨੈਕਸਟ PSSS ਬੋਰਡ ਪੁੱਛ ਲੈਂਦਾ ਜੀ ਰੇਲਵੇ ਕਦੋਂ ਫਾਊਂਡ ਹੋਇਆ ਸੀ? ਮਾਰਚ 1905 ਵਿੱਚ। ਪਰ ਇਹ ਨਹੀਂ ਆ ਕਿ PCS ਨਹੀਂ ਪੁੱਛ ਸਕਦੀ, PPSC ਵੀ ਪੁੱਛ ਸਕਦੀ ਆ। ਸਾਰੇ ਕੁਐਸਚਨ PPSC ਪੁੱਛ ਸਕਦੀ ਹੈ, ਬਟ PPSC ਕੁਛ ਜਿਹੜੀਆਂ ਡਿਫਰੈਂਸ ਪਾ ਕੇ ਕੁਐਸਚਨ ਨੂੰ ਪੁੱਛਦੀ ਉਹ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ। ਹੈੱਡਕੁਆਰਟਰ ਕਿੱਥੇ ਹੈ? ਨਿਊ ਦਿੱਲੀ ਵਿੱਚ। ਫਸਟ ਰੇਲਵੇ ਲਾਈਨ ਇੰਡੀਆ ਦੀ ਕਦੋਂ ਸੈੱਟ ਕੀਤੀ ਗਈ ਸੀ? 1853 ਬੰਬੇ, ਥਾਣੇ ਟੂ ਬੰਬੇ ਦੀ, ਠੀਕ ਹੈ। तो ਹੁਣ ਦੇਖੋ PSSS ਬੋਰਡ ਪੁੱਛਦਾ ਹੈ ਕੁਐਸਚਨ ਨੋਰਮਲ ਜਿਹਾ, ਕਹਿੰਦਾ ਹੂ ਸਟਾਰਟਡ ਫਸਟ ਰੇਲਵੇ ਲਾਈਨ ਇਨ ਇੰਡੀਆ? ਲਾਰਡ ਡਲਹੌਜ਼ੀ। ਪਰ PPSC ਕੀ ਪੁੱਛਦੀ ਹੈ? ਕਹਿੰਦੀ ਫਸਟ ਰੇਲਵੇ ਲਾਈਨ ਇਨ ਇੰਡੀਆ 1983 ਵਿੱਚ ਥਾਣੇ ਟੂ ਬੰਬੇ ਬਣੀ ਸੀ। ਹੂ ਵਾਜ਼ ਦਾ ਗਵਰਨਰ ਜਨਰਲ ਆਫ ਇੰਡੀਆ ਦੈਟ ਟਾਈਮ? ਉਸ ਵੇਲੇ ਗਵਰਨਰ ਜਨਰਲ ਕੌਣ ਸੀ? ਕਰਤਾ ਕਨਫਿਊਜ਼, ਠੀਕ ਹੈ। ਕੌਣ ਸੀ? ਲਾਰਡ ਡਲਹੌਜ਼ੀ ਸੀ। ਮਤਲਬ ਤੁਹਾਨੂੰ ਕੁਐਸਚਨ ਆਉਂਦਾ ਹੈ, ਤੁਹਾਨੂੰ ਆਨਸਰ ਵੀ ਪਤਾ ਹੈ, ਪਰ ਉਹ ਕੁਐਸਚਨ ਹੀ ਇੱਦਾਂ ਘੁਮਾ ਕੇ ਪੁੱਛਣਗੇ ਕਿ ਤੁਸੀਂ ਕਨਫਿਊਜ਼ ਹੋ ਜਾਓਗੇ। ਜਾਂ ਉਹ ਪੁੱਛੂਗਾ ਫਸਟ ਹੂ ਸੈਟ ਅਪ ਦਾ ਫਸਟ ਰੇਲਵੇ ਲਾਈਨ ਇਨ ਇੰਡੀਆ ਐਂਡ ਵੈਨ? ਇੱਕ ਆਪਸ਼ਨ ਪਾਏਗਾ ਇਨ 1853 ਲਾਰਡ ਡਲਹੌਜ਼ੀ, ਠੀਕ ਹੈ। ਤਾਂ ਤੁਸੀਂ ਚੂਜ਼ ਕਰਨਾ ਹੁੰਦਾ ਹੈ। ਫਸਟ ਰੇਲਵੇ ਲਾਈਨ ਇਨ ਇੰਡੀਆ ਇਨ 1853 ਥਾਣੇ ਟੂ ਬੰਬੇ। ਲਾਰਡ ਡਲਹੌਜ਼ੀ ਵਾਜ਼ ਦਾ ਗਵਰਨਰ ਜਨਰਲ ਆਫ ਇੰਡੀਆ ਦੈਟ ਟਾਈਮ। ਕਹਿੰਦਾ ਵਿਚ ਆਫ ਦ ਫੋਲੋਇੰਗ ਇਜ਼ ਕਰੈਕਟ? A is correct, B is correct, both A and B and neither A nor B। ਅਗਰ ਤੁਹਾਨੂੰ ਇੱਕ ਵੀ ਇਨਫੋਰਮੇਸ਼ਨ ਨਹੀਂ ਪਤਾ ਮਤਲਬ ਤੁਸੀਂ ਰੋਂਗ ਕੁਐਸਚਨ ਹੀ ਕਰਕੇ ਆਉਂਗੇ। ਤਾਂ ਇਹ ਉਹਨਾਂ ਦਾ ਸਟਾਈਲ ਹੈ ਥੋੜਾ ਜਿਹਾ ਕੁਐਸਚਨ ਪਾਉਣ ਦਾ। ਹੂ ਇਜ਼ ਨੋਨ ਐਜ਼ ਫਾਦਰ ਆਫ ਇੰਡੀਅਨ ਰੇਲਵੇ? ਕਿਹਨੂੰ ਕਹਿੰਦੇ ਨੇ? ਲਾਰਡ ਡਲਹੌਜ਼ੀ ਨੂੰ ਕਹਿੰਦੇ ਨੇ, ਠੀਕ ਹੈ ਜੀ। ਨੈਕਸਟ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਲੈਡ ਦਾ ਫਾਊਂਡੇਸ਼ਨ ਸਟੋਨ ਆਫ ਲਾਈਟ ਹਾਊਸ ਪ੍ਰੋਜੈਕਟ ਐਟ 6 sites across 6 states। ਹੁਣ PSSS ਬੋਰਡ ਪੁੱਛ ਲੈਂਦੀ ਆ ਦੱਸ ਦਿਓ ਮੈਕਸਿਮਮ ਕਿਹੜੀ ਸਟੇਟ ਵਿੱਚ ਹੈ, ਜਾਂ PSSS ਬੋਰਡ ਪੁੱਛੇਗੀ ਕਿੰਨੀਆਂ ਸਟੇਟਸ ਦੇ ਵਿੱਚ ਇਹ ਪ੍ਰੋਜੈਕਟ ਸਟਾਰਟ ਹੋਇਆ ਹੈ। ਪਰ PPSC ਪੁੱਛ ਲੇਗੀ ਲਾਈਟ ਹਾਊਸ ਪ੍ਰੋਜੈਕਟ ਹੈ ਕਿਆ, ਠੀਕ ਹੈ, ਸਮਝੇ। ਨੈਕਸਟ ਹੈ ਦ ਪ੍ਰੋਜੈਕਟ ਇਜ਼ ਬੀइंग ਕੰਸਟਰਕਟਡ ਅੰਡਰ ਦ ਗਲੋਬਲ ਹਾਊਸਿੰਗ ਟੈਕਨੋਲੋਜੀ
GHTC ਇਹਦੀ ਫੁੱਲ ਫਾਰਮ ਵੀ ਪੁੱਛ ਸਕਦੇ ਹੋ ਤੁਹਾਨੂੰ ਪੇਪਰ ਵਿੱਚ, ਇਹ ਨਹੀਂ ਹੈ ਕਿ ਉਹ ਨਹੀਂ ਪੁੱਛੂਗੇ, ਠੀਕ ਹੈ। ਇਟ ਇਜ਼ ਕੰਸੈਪਚੁਅਲਾਈਜ਼ਡ ਬਾਏ ਯੂਨੀਅਨ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ। ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸੋ ਹੂ ਇਜ਼ ਯੂਨੀਅਨ ਮਿਨਿਸਟਰ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ, ਠੀਕ ਹੈ। ਵੈਸੇ ਤਾਂ ਮੈਂ ਮੈਂਸ਼ਨ ਕਰ ਦੇਣਾ ਸੀ, ਆਈ ਫੋਰਗਟ, ਤਾਂ ਮੈਨੂੰ ਲੱਗਿਆ ਹੁਣ ਤੁਹਾਡੇ ਤੋਂ ਹੀ ਪੁੱਛ ਲੈਂਦੀ ਹਾਂ। ਸੋ LHP ਹੈ ਕਿਆ? ਲਾਈਟ ਹਾਊਸ ਪ੍ਰੋਜੈਕਟ, ਹਾਊਸ ਬਿਲਟ ਵਿਦ ਸ਼ਾਰਟ ਲਿਸਟਡ ਆਲਟਰਨੇਟਿਵ ਟੈਕਨੋਲੋਜੀ suitable the geoclimatic and hazardous conditions of the region with speed economy and with better quality of construction in a suitable manner, ठीक है जी। घर बनाने आ स्पीड नाल, ठीक है, काफ़ी तेजी नाल बनाने ने, बट मटीरियल भी बहुत अच्छा यूज़ किया है, ठीक है। तो फैब्रिकेटेड हाउस देखते होने तुसी बने होंगे आ, ठीक है। नैक्सट है ये लाइन है पीरियड ऑफ कंस्ट्रक्शन इज़ मैक्सिमम 12 मंथ, 12 महीनों के विच ये हैंडओवर करने ने घर बना के, ठीक है। तो होर इत्थे प्राइम मिनिस्टर ने जो इनैगोरेट किया होर की अनाउंसमेंट की, विनर अनाउंस किया कादे अंडर द अफोर्डेबल सूटेबल हाउसिंग एक्सैसलेटर्स केनू इंडिया आशा, ये विनर हुए ने, ठीक है जी। एंड गेव आउट एनुअल अवार्ड फॉर एक्सलेंस इन द and gave out annual award for excellence in implementation of Pradhan Mantri Awas Yojana Urban Mission. During the event, he also released a certificate course on innovation construction technology named Navarit, ठीक है जी। तो इसकी फुल फॉर्म पढ़ लियो, ये भी पूछ सकता पेपर च। नेक्स्ट है एशियन डेवलपमेंट बैंक है साइन 231 मिलियन थर्ड ट्रेंच मतलब पार्ट लोन विद द गवर्नमेंट ऑफ इंडिया टू एगमेंट इलैक्ट्रिसिटी जनरेशन कैपेसिटी इन द स्टेट ऑफ असम, ठीक है जी। असम स्टेट दे विच इलैक्ट्रिसिटी जनरेशन नू प्रमोट करने दे लई कैपेसिटी नू वधाउण लई मिलियन दा लोन साइन किया है। अंडर द प्रोजैक्ट 120 मेगावाट्स हाइड्रो इलैक्ट्रिक पावर प्लांट वुड बी कंस्ट्रक्टेड। किन्ने मेगावाट दा प्लांट होएगा? 120। सो चीफ मिनिस्टर ऑफ असम कौन है? सबरनंदा। तो ये तुसी कुछ बेसिक इन्फॉर्मेशन है मैं ऑलवेज दसदी हाँ, जी स्टेट होंगी है कैपिटल गवर्नर एंड CM पढ़ लो, एंड जी भी ऑर्गेनाइजेशन है वह हैडकुआटर प्रेजिडेंट जरूर पढ़िया करो, एंड कदों फाउंड हुई है, इदा चीज़ा रैपीटेशन में पढ़ के थोनों याद हो जांदियां ने, ठीक है। सो एशियन डेवलपमेंट बैंक एंड द इंडिया हैव साइंड 10 मिलियन प्रोजैक्ट रेडीनेस फाइनेंसिंग PRF, ठीक है जी। एम टू एक्सपेंड हॉर्टिकल्चर प्रोडक्शन, की होंगी हॉर्टिकल्चर वैजीटेबल फ्रूट, ठीक है, ये वाली जी फार्मिंग इनू हॉर्टिकल्चर कहते हैं। एंड फार्म हाउस होल्ड इनकम इन द हिल स्टेट ऑफ हिमाचल। अब देखो पिछली बार उन्हें असम नू पैसे दिते हैं इलैक्ट्रिसिटी जनरेट करने लिए, हुणे उन्हें किनू पैसे दिते हैं? हिमाचल नू फॉर हॉर्टिकल्चर प्रोडक्शन लिए, ठीक है। द PRF प्रोजैक्ट एम टू इंश्योर इंप्लीमेंटेशन रेडीनेस विद द प्रायर टेस्टिंग ऑफ न्यू प्रोडक्शन टेक्नोलॉजी एंड मार्केटिंग सिस्टम सो दैट इंश्योरिंग प्रोजैक्ट इज कॉस्ट इफेक्टिव, मतलब ज़्यादा खर्चा ना हो, जिन्नी घट कॉस्टिंग होएगी उन्ना ज़्यादा की होएगा प्रॉफिट, एंड गेट्स कंप्लीटेड इन अ टाइमली मैनर टू इनहैंस फार्म प्रॉफिटेबिलिटी। है चीफ मिनिस्टर हिमाचल के गवर्नर अगेन कैपिटल आप ये पढ़ सकते हैं। नेक्स्ट है उमेश सिन्हा हैज बीन नेम्ड एज डिप्टी इलेक्शन कमिश्नर इन द इलैक्शन कमीशन ऑफ इंडिया। अगेन देखो PPSC भी पूछ सकती है क्वेश्चन, ऐदा नहीं है क्यों नहीं पूछूगी, PSSB पर PPSC होर भी की जाएगी डेप्थ च जा सकती है, ठीक है। पूछ लेगी दसो चीफ इलैक्शन कमिश्नर जिहड़ा हैगा किहड़े आर्टिकल अंडर अपॉइंट हुंदा है? पार्ट 15 आर्टिकल 24 ऑफ द कॉन्स्टिट्यूशन ऑफ इंडिया, ठीक है। तो PSSB भी पूछ सकता है, ऐदा नहीं कि वो नहीं पूछते, ठीक है। कमेटी ऑफ द कैबिनेट क्लीयर द एक्सटेंशन इन द टर्म ऑफ री एम्प्लॉयमेंट ऑफ सिन्हा एज डिप्टी इलैक्शन कमिश्नर ऑन कॉन्ट्रैक्ट बेसिस फॉर अ पीरियड ऑफ 6 मंथ्स, ठीक है। एंड इलैक्शन कमिश्नर ऑफ इंडिया कौन है? सुनील अरोड़ा। CE फॉर्म्ड कदों होया है? 1950 विच, ठीक है, न्यू दिल्ली। तो नैक्सट ये डिटेल तुसी पॉलिटी नाल ऐदा रिवाइज कर सकते हो, कहना अंडर पार्ट 15 आर्टिकल 324 ऑफ द कॉन्स्टिट्यूशन ऑफ इंडिया इलैक्शन कमीशन ऑफ इंडिया अपॉइंट किया जाता किहदे द्वारा? प्रेजिडेंट ऑफ इंडिया। देखो इदा स्ट्रक्चर अपने इलैक्शन कमीशन का टॉप सब तो पहला की है इलैक्शन कमिश्नर है, ठीक है। दैन वो अंडर 2 इलैक्शन कमिश्नरस होंगे ने। इलैक्शन कमिश्नर है इट इज़ अ कॉन्स्टिट्यूशनल बॉडी। कॉन्स्टिट्यूशनल बॉडी किहनूं कहंदे हैं? जिहदे उत्ते आर्टिकल बनया हुंदा, ठीक है जी। नैक्सट है
सेंट्रल गवर्नमेंट हैज़ अप्रूव्ड द एक्सटेंशन ऑफ टर्म ऑफ इसरो चेयरमैन के सिवान फॉर अ पीरियड ऑफ 1 ईयर। यही पहला ने, काफ़ी फेमस ने, ठीक है जी। तो 1 ईयर ਲਈ ਇਹਨਾਂ ਦੀ ਜਿਹੜੀ एक्सटेंशन है एज अ चेयरमैन ਇਹਨਾਂ ਦੀ ਟਰਮ ਨੂੰ ਵਧਾ ਦਿੱਤਾ ਗਿਆ ਹੈ, ਠੀਕ ਹੈ। ਸੋ ਇਸਰੋ ਦਾ ਹੈੱਡਕੁਆਟਰ ਕਿੱਥੇ ਆ? ਬੈਂਗਲੁਰੂ ਕਰਨਾਟਕਾ। ਇਸਰੋ ਇਸਟੈਬਲਿਸ਼ ਕਦੋਂ ਹੋਈ ਆ? 1969, ਠੀਕ ਹੈ। ਇਸਰੋ ਦਾ ਫੁੱਲ ਫਾਰਮ ਕੀ ਆ? ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਦੇਖੋ ਆ ਇੰਡੀਅਨ ਐਂਡ ਇੰਡੀਆ, ਇਹ ਯਾਦ ਰੱਖਿਆ ਕਰੋ। ਕਈ ਵਾਰ ਉਹ ਆਪਸ਼ਨ ਵਿੱਚ ਇੰਡੀਆ ਵੀ ਲਿਖ ਦਿੰਦਾ, ਇੰਡੀਅਨ ਨਹੀਂ, ਸਾਨੂੰ ਦੋਨੋਂ ਹੀ ਸੇਮ ਲੱਗ ਰਹੇ ਹੁੰਦੇ ਆ। ਇਹੀ ਡਿਫਰੈਂਸਿਸ ਨਾਲ ਆਪਾਂ ਪੜ੍ਹਨੇ ਆ, ਠੀਕ ਹੈ। अर्लीयर इसरो वॉज इंडियन नैशनल कमेटी फॉर स्पेस रिसर्च। पहला ਇਹਦਾ ਨਾਮ ਕੀ ਸੀ इसरो ਦਾ? इंडियन नैशनल कमेटी फॉर स्पेस रिसर्च। तो फर्स्ट चेयरमैन एंड फाउंडर कौन है इसरो दे? विक्रम साराभाई, याद रखियो उन्होंने। सोमा मुंडाल हैज टेकन ओवर एज द न्यू चेयरमैन ऑफ स्टील अथॉरिटी ऑफ इंडिया लिमिटेड सेल विद इफेक्ट फ्रॉम जनवरी, ठीक है। बेशक चलो इनू पुछ भी सकता भी न्यू चेयरमैन कौन है, बट इन्ना जरूर याद रखियो ਇਹਦਾ ਹੈੱਡਕੁਆਟਰ ਕਿੱਥੇ ਆ ਐਂਡ ਇਹ ਫਾਊਂਡ ਕਦੋਂ ਹੋਇਆ ਹੈ। ਤਾਂ ਇਹ ਜਿਹੜੀਆਂ ਆਰਗੇਨਾਈਜੇਸ਼ਨ ਹੁੰਦੀਆਂ ਇਹਨਾਂ ਦਾ ਇੰਨਾ ਕੁ ਤਾਂ ਤੁਹਾਨੂੰ ਪੜ੍ਹਨਾ ਹੀ ਪੜੇਗਾ ਕਿ ਫਾਊਂਡ ਕਦੋਂ ਹੋਈ ਹੈ ਐਂਡ ਇਹਨਾਂ ਦਾ ਹੈੱਡਕੁਆਟਰ ਕਿੱਥੇ ਹੈ। ਅਤੇ ਇੱਥੇ ਇਹ ਵਾਲੀ ਜਿਹੜੀ ਨਿਊਜ਼ ਹੈ ਇੰਪੋਰਟੈਂਟ ਤਾਂ ਆ ਕਿਉਂਕਿ ਸ਼ੀ ਇਜ਼ ਦਾ ਫਸਟ ਐਵਰ ਵੂਮਨ ਹੈਡ ਆਫ ਦ ਬੋਡੀ। ਪਹਿਲੀ ਵਾਰ ਕੋਈ ਲੇਡੀ ਬਣੀ ਹੈ, ਠੀਕ ਹੈ। In which state city municipal corporation has recently signed an MOU with United Nation Development Program? ਕਿਹੜੀ ਸਟੇਟ ਵਿੱਚ ਇੱਕ ਸਿਟੀ ਦੀ ਮਿਊਨਿਸਪਲ ਕਾਰਪੋਰੇਸ਼ਨ ਨੇ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਨਾਲ MOU ਸਾਈਨ ਕੀਤਾ ਹੈ? ਇੰਡੀਆ ਟੂ co-create India's first social impact bond। ਕਿਹਨੇ ਕੀਤਾ? ਮਹਾਰਾਸ਼ਟਰ ਪੁਣੇ। ਹੁਣ ਇਹ ਹੁੰਦੀ ਕੀ ਆ? ਮਤਲਬ ਇਹ ਪੈਸਾ ਇਨਵੈਸਟ ਕਰਨਗੇ ਫॉर द ਬੈਟਰ ਸੋਸ਼ਲ ਆਊਟਕਮਸ ਦੇ ਲਈ, ਠੀਕ ਹੈ। PCMC ਐਡਮਿਨਿਸਟ੍ਰੇਸ਼ਨ ਵਿਲ ਬੀਅਰ ਦ ਕਾਸਟ ਆਫ ਪਬਲਿਕ ਅਵੇਅਰਨੈਸ ਪ੍ਰੋਜੈਕਟ, ਜਿਹੜਾ ਕਿ ਮਤਲਬ ਕਿ ਇਹ ਪੈਸਾ ਇਨਵੈਸਟ ਕਰਨਗੇ ਜਿਹਦੇ ਨਾਲ ਕਿ ਇਹਨਾਂ ਦੇ ਸਿਟੀਜ਼ਨਸ ਨੂੰ ਕੀ ਮਿਲੇਗੀ? ਜ਼ਿਆਦਾ ਤੋਂ ਜ਼ਿਆਦਾ ਫੈਸਿਲਿਟੀਜ਼ ਮਿਲਣਗੀਆਂ, ਠੀਕ ਹੈ। UNDP ਹੈੱਡਕੁਆਟਰ ਕਿੱਥੇ ਹੈ? ਦੈਨ ਹੂ ਇਜ਼ ਦ ਹੈਡ? ਫਾਊਂਡ ਕਦੋਂ ਹੋਈ ਹੈ? ਇਹ ਸਾਰਾ ਤੁਸੀਂ ਪੜ੍ਹ ਸਕਦੇ ਹੋ। Guido Colli, an Italian-based author, has launched its new book ਵਾਹਨਾ ਮਾਸਟਰ ਕਲਾਸ ਫॉर ਚਿਲਡਰਨ, ਠੀਕ ਹੈ। ਗਣੇਸ਼ ਜੀ ਉੱਤੇ ਦੇਖੋ ਬੁੱਕ ਬਣਾਈ ਹੋਈ ਹੈ। ਇਹਦੇ ਵਿੱਚ ਇਹੀ ਦੱਸਿਆ ਵੀ ਉਹਨੇ ਸਾਰੀ ਸਟੋਰੀ ਬਣਾਈ ਹੈ ਕਿ ਕਿਵੇਂ ਉਹ ਆਪਣਾ ਇੱਕ ਵਾਹਨ ਲੱਭਦੇ ਨੇ, ਠੀਕ ਹੈ। ਸੋ ਪਬਲਿਸ਼ਡ ਬਾਈ ਸਕੋਲਿਸਟ ਇੰਡੀਆ। तो इन्होंने पब्लिश की है, याद रखना है। Alfredo had a keen interest in our Indian culture and mythology which inspired him to write a story on Lord Ganesha for children। So ਦਾ ਬਹੁਤ ਇੰਟਰਸਟ ਹੈ ਇੰਡੀਅਨ ਕਲਚਰ ਵਿੱਚ, ਠੀਕ ਹੈ। ਤੇ ਇਸ ਲਈ ਉਹਨਾਂ ਨੇ ਬੱਚਿਆਂ ਦੇ ਲਈ ਲਾਰਡ ਗਣੇਸ਼ਾ ਦੇ ਉੱਤੇ ਇੱਕ ਸਟੋਰੀ ਬਣਾਈ ਹੈ। The book narrates the story of the Ganesha looking for a new Vahana to accompany him to all the great adventures across the cosmos, ਠੀਕ ਹੈ ਜੀ। तो ਵਾਹਨ ਲੱਭਦੇ ਹੋ ਕਿਵੇਂ ਡਿਫਰੈਂਟ ਚੀਜ਼ਾਂ ਵੱਲ ਡਿਫਰੈਂਟ ਐਡਵੈਂਚਰਸ ਦੀ ਗੱਲ ਹੋਏਗੀ ਉਹਦੇ ਵਿੱਚ, ਠੀਕ ਹੈ। डिफेंस रिसर्च एंड डिवेलपमेंट ऑर्गेनाइजेशन ऑब्जर्व 63rd फाउंडेशन डे, ठीक है। कदों? 1 जनवरी ਨੂੰ, ठीक है। ਕੰਮ ਕੀ ਕਰਦੀ ਹੈ ਇਹ? डिजाइनिंग एंड डिवेलपिंग कटिंग एज डिफेंस टेक्नोलॉजी फॉर द इंडियन आर्म्ड फोर्सेस, ठीक है। तो कितों ਇਹਦਾ ਹੈੱਡਕੁਆਟਰ ਹੈ? ਨਿਊ ਦਿੱਲੀ। ਕਦੋਂ ਇਸਟੈਬਲਿਸ਼ ਹੋਈ ਹੈ? 1950। तो ਸੈਕਟਰੀ ਡਿਪਾਰਟਮੈਂਟ ਕੌਣ ਹੈ ਇੱਥੋਂ ਦੇ? ਡਾਕਟਰ ਜੀ ਸਤੀਸ਼ ਰੈਡੀ, ਠੀਕ ਹੈ। ਨੈਕਸਟ ਹੈ ਲੈਜੈਂਡਰੀ ओडिया म्यूजिक डायरेक्टर शांतनु मोहापात्रा passes away। he belong to which state? ਕਿਹੜੀ ਸਟੇਟ? ਉੜੀਸਾ। ਉੜੀਆ ਕਿੱਥੋਂ ਦੇ? ਉੜੀਸਾ। ਇੰਨਾ ਯਾਦ ਰੱਖਿਓ। ਜਾਂ ਇੱਥੇ ਉਹ ਤੁਹਾਨੂੰ ਇਹ ਵੀ ਪੁੱਛਦੇ ਆ ਵੀ ਦੱਸੋ ਇਹ ਕੀ ਫੇਮਸ ਕੀ ਸੀ ਮਿਊਜ਼ਿਕ ਡਾਇਰੈਕਟਰ ਸੀਗੇ, ਠੀਕ ਹੈ। ਨੈਕਸਟ ਹੈ ਆਸਟ੍ਰੇਲੀਆ ਗਵਰਨਮੈਂਟ ਹੈਜ਼ ਚੇਂਜ ਅ ਵਰਡ ਇਨ ਇਟਸ ਨੈਸ਼ਨਲ ਐਂਥਮ ਟੂ ਆਨਰ ਦ ਇੰਡੀਜੀਅਸ ਪੋਪੂਲੇਸ਼ਨ ਆਫ ਦ ਕੰਟਰੀ। ਦ ਵਰਡ ਫॉर ਵੀ ਆਰ ਯੰਗ ਐਂਡ ਫ੍ਰੀ हैज़ बीन चेंज टू फॉर वी आर वन एंड फ्री। ਹੁਣ देखो PPSC ਪੁੱਛੇਗੀ ਕਿਹੜੀ ਕੰਟਰੀ ਨੇ ਚੇਂਜ ਕੀਤਾ ਹੈ? ਆਸਟ੍ਰੇਲੀਆ ਨੇ। ਥੱਲੇ ਲਾਈਨ ਵੀ ਪਾ ਦੇਗੀ, ਦੱਸੋ ਕੀ ਲਾਈਨ ਚੇਂਜ ਕੀਤੀ ਹੈ, ਠੀਕ ਹੈ। ਫॉर वी आर वन एंड फ्री, ठीक है। ਐਂਡ ਆਸਟ੍ਰੇਲੀਆ ਵਾਲੇ ਜਿਹੜੇ PSSB ਵਾਲੇ ਉਹ ਸਿੰਪਲੀ ਪੁੱਛ ਲੈਂਦੇ ਆ ਕਿ ਇਹ ਵਾਲੀ ਕੰਟਰੀ ਨੇ ਕਿਹੜੀ ਕੰਟਰੀ ਨੇ ਰੀਸੈਂਟਲੀ ਆਪਣੇ ਨੈਸ਼ਨਲ ਐਂਥਮ 'ਚ ਚੇਂਜਿਸ ਕੀਤੀਆਂ ਨੇ, ਠੀਕ ਹੈ। ਇੱਕ ਕੁਐਸਚਨ ਇਹ ਬਣਾ ਦੋਗੇ ਜਾਂ ਅਦਰ ਟਾਈਪ ਆਫ ਕੁਐਸਚਨ ਉਹ ਪੁੱਛ ਲੈਂਦੇ ਆ ਕਿ ਦੱਸੋ ਕੀ ਲਾਈਨਾਂ ਚੇਂਜ ਹੋਈਆਂ ਨੇ। ਪਰ PPSC ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਕੁਐਸਚਨ ਬਣਾ ਦਿੰਦੀ ਹੈ। ਮਤਲਬ PPSC ਵਿੱਚ ਤੁਹਾਨੂੰ ਦੋਨੋਂ ਚੀਜ਼ਾਂ ਜ਼ਰੂਰ ਪਤਾ। ਸੋ ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸਿਜ਼ ਸੈਂਟਰ ਅਥਾਰਟੀ ਹੈਜ਼ ਬਿਕਮ ਐਨ ਐਸੋਸੀਏਟ ਮੈਂਬਰ ਆਫ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਸਿਕਿਉਰਿਟੀ ਕਮਿਸ਼ਨ, ਠੀਕ ਹੈ। ਸਿਰਫ ਜ਼ਿਆਦਾ ਨਹੀਂ ਕੁਝ ਵੀ ਯਾਦ ਕਰਨਾ, ਇਹਦਾ ਹੈੱਡਕੁਆਟਰ ਯਾਦ ਕਰੋ।
क्योंकि कई बार आप पेपर च देखते हैं जोड़े PSSS बोर्ड के पेपर होंगे पता नहीं कि ऑर्गेनाइजेशन के हैडकुआटर पूछ लेंगे सानू असीं सुनिया भी नहीं होंदियां तो यदा हैडकुआटर याद करो और ये कदों फॉर्म हुई है और यदी फुल फॉर्म इन्ना ही है कि किहड़ी स्टेट ने रीसेंटली रेजोल्यूशन पास किया है 3 फार्म बिल्स नू स्क्रैप करने लई खत्म करने लई दैट इज केरला। दैट इज केरला। तो चीफ मिनिस्टर कौन है याद कर सकते हो तो एग्रीकल्चर इज स्टेट सब्जेक्ट अंडर द 7th शेड्यूल ऑफ द कॉन्स्टिट्यूशन। ठीक है 7वें शेड्यूल की है लिस्ट दी हुई ने किन्नी तरह दी होंदियां ने यूनियन लिस्ट स्टेट लिस्ट एंड कॉन्करेंट लिस्ट। ठीक है तो जो एग्रीकल्चर सब्जेक्ट है वो किहड़े लिस्ट विच है दैट इज इन स्टेट लिस्ट विच है। तो पहली स्टेट किहड़ी है जिहने कंट्री दे विच इन्हां नूं रिजैक्ट कीता सी 3 फार्म्स बिल नूं दैट इज पंजाब। 2021 द कैपिटल मार्केट रेगुलेशन सेबी impose penalties on Reliance Industries Limited and its chairman मुकेश अंबानी। पूछ सकते हैं कि सेबी ने रीसेंटली किहड़ी कंपनी उत्ते पेनल्टीज लगाइयां ने कादे लई फॉर द मैनिपुलेशन ट्रेडिंग इन द शेयर ऑफ रिलायंस पेट्रो लिमिटेड इन 2007 विच कीता। अ फाइन ऑफ 25 करोड़ एंड 50 करोड़ मुकेश अंबानी नूं पर्सनली लाया और इंडस्ट्री नूं रिलायंस इंडस्ट्रीज नूं 25 करोड़ का फाइन। तो इत्थों ही सेबी की फुल फॉर्म हैडकुआटर इस्टैबलिश कदों होया सेबी सिक्योरिटीज़ एंड एक्सचेंज बोर्ड ऑफ इंडिया हैडकुआटर बॉम्बे। ठीक है इस्टैबलिश वैसे तो 1988 नूं सी पर स्टैचुरी बॉडी मतलब एक एक्ट बनाया ਉਹਦੇ अंडर इनू रजिस्टर किया फिर वो की बन गई एक स्टैचुरी बॉडी बन गई। याद रखियो वो कदों किया 30 जनवरी 1992। इट इज़ नॉट अ कॉन्स्टिट्यूशनल बॉडी क्योंकि संविधान दे विच इहदे उत्ते कोई आर्टिकल नहीं हैगा बट इट इज़ अ स्टैचुरी बॉडी क्योंकि इहदे उत्ते एक एक्ट बना के पार्लीमेंट ने फिर इनू उहदे अंडर बनाया है। ठीक है थ्रू सेबी एक्ट 1992। तेरा चेयरमैन कौन है अजय त्यागी। अर्जेंटीना रिसेंटली बिकम द लार्जेस्ट लैटिन अमेरिकन कंट्री टू लीगलाइज अबॉर्शन। ठीक है केड़ी कंट्री ने रिसेंटली अबॉर्शन नू लीगल किया है अर्जेंटीना ने। ठीक है अंडर द न्यू लॉ अर्जेंटीना हैज लीगलाइज्ड अबॉर्शन अप टू द 14 वीक ऑफ प्रेगनेंसी। इंडिया विच क्या है तुसी अबॉर्शन करा सकते हो 24th वीक ऑफ प्रेगनेंसी अकॉर्डिंग टू द मैडिकल टर्मिनेशन ऑफ प्रेगनेंसी अमेंडमेंट एक्ट 2020। मतलब वो पिछे कोई प्रॉब्लम होनी चाहिए है तो इदा नहीं भी कोई भी जाएगा नहीं भी मैनू बच्चा रिक्वायर्ड नहीं है तुसी अबॉर्शन कर दो। कोई मैडिकल टर्मिनेशन ऑफ प्रेगनेंसी कोई मैडिकल प्रॉब्लम है जी बच्चा बाद चों नहीं पूरा डिवेलप नहीं होएगा या कोई भी मैडिकल कंडीशन जी बहुत क्रिटिकल है तो उन्होंने पता लग रहा है कि ठीक नहीं है डिलीवरी तो 24th वीक तक परमिशन देंगे हो। ठीक है कैबिनेट ऑफ पंजाब रिसेंटली अप्रूव्ड द पंजाब स्टेट डेटा पॉलिसी। याद रखियो इट है जिन्हें डेटा पॉलिसी रिलीज की है तो इट इज़ पंजाब डेटा पॉलिसी। द पॉलिसी एम टू ट्रैक प्रोग्रेस एंड प्रोवाइड सिटीजन access to service. With this, Punjab has now become the first state in India to formulate comprehensive data policy. Optimize service delivery, citizen access to information. Citizens भी information ਨੂੰ access कर सकते हैं। Policy will be guiding principle for all department to collect, process, manage and use data for efficient, effective, transparent access service delivery to citizen. And it shall serve the purpose of facilitating easy access sharing of government data in order to support sustainable and inclusive governance and effective planning and implementation monitoring of development program। मतलब एक तो डिपार्टमेंट्स भी आपस दे विच की है डेटा शेयर करनगे इदां दी पॉलिसी बनाई है कि ताकि सिटीजन नूं जल्दी असेस तो कुछ चीज़ां दे असेस सिटीजनस नूं मिलूगे। ठीक है जी सो थैंक्स फॉर वॉचिंग दिस वीडियो। जे तुहानूं ये वीडियो हैल्पफुल लगती है तो प्लीज़ इनू लाइक करो कमेंट करो एंड साडे चैनल नूं जे तुसीं हाले तक सबसक्राइब नहीं किया तो काइंडली सबसक्राइब